अज दा सत्संग आ जिहड़ी मालिक दी प्रभु दी उस्तत आ वड्याई जा गुरु महाराज की उस्तत वड्याई ही करन लगे हाँ। वो सच ते आ जी भी सच बोलन दे किन्ने लाभ हैं, की महत्व है जी सच बोलन दा। क्यों भगत कबीर अपने श्लोक च लिखदे आ जी, सच बराबर तप नहीं, झूठ बराबर नहीं पाप, जाके हिरदे सच है ताके हिरदे आप। क्यों भगत कबीर अपने श्लोक च लिखदे आ भी सच दे बराबर कोई बंदगी नहीं है, कोई तपस्या नहीं, कोई भगती नहीं है जी। सच बराबर तप नहीं ते झूठ बराबर नहीं पाप। जिहड़ा झूठ बोलदा आ उहदे तो वड्डा कोई पापी नहीं हो सकदा जी। क्यों जिहड़ा झूठ बोलदा आ उहनूं कोई रब दा, कोई मालिक दा, कोई प्रभु दा भाव नहीं हैगा जी। उहनूं कोई वाहिगुरू दा भाव नहीं हैगा। सच बराबर तप नहीं, झूठ बराबर नहीं पाप, जाके हिरदे सच है। जिहदे हिरदे च सच आ, जिहदे हिरदे च सच दे प्रति को प्रेम आ, ਉਹਦੇ ਹਿਰਦੇ 'ਚ ਭਗਤ ਕਹਿੰਦੇ कि प्रभु ਦਾ, मालिक ਦਾ, ਉਹ ਅੱਲਾ ਪਾਕ ਦਾ ਵਾਸ ਹੁੰਦਾ ਆ ਜੀ। ਜਿਹਦੇ ਹਿਰਦੇ 'ਚ ਝੂਠ ਆ ਉਹਦੇ ਹਿਰਦੇ 'ਚ ਕੋਈ ਪ੍ਰਮਾਤਮਾ ਦੀ, ਉਹ ਗੁਰੂ ਮਹਾਰਾਜ ਦਾ कोई वास नहीं हो सकता। क्यों? सच्चे का बोल बाला, झूठे का मुंह काला। क्यों? एक कहावत है जी भी जिहड़ा सच ते आ ਉਹਦਾ ਇੱਥੇ ਵੀ ਤੇ ਰੱਬ ਘਰ ਵੀ ਬੋਲਬਾਲਾ ਹੁੰਦਾ ਜੀ। ਤੇ ਝੂਠੇ ਨੂੰ ਇੱਥੇ ਵੀ ਨਹੀਂ ਕੋਈ ਪੁੱਛਦਾ ਤੇ ਮਾਲਕ ਘਰ ਵੀ ਨਹੀਂ ਕੋਈ ਪੁੱਛ ਪੜਤਾਲ ਕਰਦਾ ਜੀ। ਕਿਉਂ? ਚਲੋ ਝੂਠ ਇੱਥੇ ਜਿੱਤ ਜੂਗਾ, ਕੋ ਪ੍ਰਭੂ ਦੇ ਘਰ, ਮਾਲਕ ਦੇ ਘਰ ਜਿਹੜੀ ਆ ਜਦੋਂ ਲੇਖਾ ਦੇਣਾ ਆ ਉੱਥੇ ਸੱਚ ਦੀ ਜਿੱਤ ਹੋਣੀ ਆ। ਕਿਉਂ? ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਉੱਥੇ ਅਮਲ ਵੇਖੇ ਜਾਣੇ ਆ ਜੀ। ਉੱਥੇ ਸੱਚ ਦਾ ਜਿਹੜਾ ਤੱਕੜ ਲੱਗਣਾ ਤੇ ਝੂਠ ਦਾ ਤੱਕੜ ਲੱਗਣਾ ਜੀ ਮਾਲਕ ਦੇ ਘਰ। ਜਿਹਦਾ ਤੱਕੜ ਦੱਸਦੇ ਵੀ ਸੱਚਾਈ ਦੇ ਪ੍ਰਤੀ, ਸੱਚ ਦਾ ਪਾਸਾ ਜਿਹਦਾ ਕੋ ਪਲਾੜਾ ਭਾਰੀ ਹੋਊਗਾ ਮਾਲਕ ਘਰ, ਦੱਸਦੇ ਵੀ ਉਹ ਜਨਤਾਂ ਦਾ, ਕੋਈ ਸੱਚਖੰਡ ਦਾ, ਰੱਬ ਘਰ ਦਾ ਵਾਸੀ ਹੋਏਗਾ। ਤੇ ਜਿਹੜਾ ਜਿਹਦੇ ਝੂਠ ਦਾ ਪਲਾੜਾ ਭਾਰੀ ਹੋਊਗਾ ਨਰਕਾਂ ਦਾ ਭਾਗੀ ਹੋਊਗਾ ਜੀ। ਉਹ ਦੋਜ਼ਖ 'ਚ ਜਾਏਗਾ। ਕਿਉਂ? ਸੱਚ ਉਹ ਬੋਲ ਸਕਦਾ ਜਿਹਦੇ ਦਿਲ 'ਚ ਕੋਈ ਪ੍ਰਭੂ ਦਾ, ਮਾਲਕ ਦਾ, ਕੋਈ ਅੱਲਾ ਦਾ ਡਰ ਆ ਜੀ। ਤੇ ਜਿਹਦੇ ਦਿਲ 'ਚ ਕੋਈ ਅੱਲਾ ਦਾ ਡਰ ਆ, ਪਰਮਾਤਮਾ ਦਾ ਡਰ ਆ, ਪਰਵਰਦਗਾਰ ਦਾ ਡਰ ਆ, ਦੱਸਦੇ ਵੀ ਉਹ ਕਦੀ ਡੋਲਦਾ ਨਹੀਂ ਆ ਜੀ। ਉਹ ਸਦਾ ਹੀ ਸੱਚ ਤੇ ਤਤਪਰ ਰਹਿੰਦਾ ਜੀ। ਕਿਉਂ? ਉਹਦੇ ਨਾਲ ਸਦਾ ਹੀ ਮਾਲਕ ਸਦਾ ਹੀ ਉਹਦੇ ਅੰਗ ਸੰਗ ਰਹਿੰਦਾ ਜੀ। ਕਿਉਂ? ਸੱਚ ਬਰਾਬਰ ਤਪ ਨਹੀਂ, ਝੂਠ ਬਰਾਬਰ ਨਹੀਂ ਪਾਪ, ਜਾ ਕੇ ਹਿਰਦੇ ਸੱਚ ਹੈ ਤਾਂ ਕਿ ਹਿਰਦੇ ਆਪ। ਜਿਹਦੇ ਹਿਰਦੇ 'ਚ ਸੱਚ ਆ ਉਹਦੇ ਹਿਰਦੇ 'ਚ ਭਗਤ ਕਬੀਰਾਂ ਦੇ ਵੀ ਪਰਮਾਤਮਾ ਦਾ ਵਾਸ ਆ। ਇਹ ਸਾਰੇ ਸੰਤਾਂ ਦਾ, ਜਿੰਨੇ ਵੀ ਸੰਤ ਹੋਏ ਹਨ, ਸਾਰਿਆਂ ਦਾ ਇਹੋ ਹੀ ਕਹਿਣਾ ਜੀ। ਤੇ ਸੂਫੀ ਸੰਤਾਂ ਦਾ ਵੀ ਇਹੋ ਹੀ ਕਹਿਣਾ ਜੀ। ਕਿਉਂ? ਇਹ ਗੱਦੀ ਹੈ ਜਿਹੜੀ ਸੂਫੀ ਸੰਤਾਂ ਦੀ, ਇਹ ਬਾਬਾ ਫਰੀਦ ਦੀ ਗੱਦੀ ਆ ਜੀ।
ਜਿਹੜੀ ਗੱਦੀ ਤੋਂ ਅਸੀਂ ਸਤਸੰਗ ਕਰ ਰਹੇ ਹਾਂ ਜੀ, ਚੱਠੇ ਸ਼ਰੀਫ ਤੋਂ, ਇਹ ਬਾਬਾ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੀ ਗੱਦੀ ਹੈ ਜੀ। ਮੀਰਾ ਭੀਖਮ ਸ਼ਾਹ ਦੀ ਗੱਦੀ ਹੈ ਜੀ। ਸੂਫੀ ਸੰਤ ਹਜ਼ਰਤ ਸਾਬਰ ਪਾਕ ਕਲੀ ਸ਼ਰੀਫ ਵਾਲਿਆਂ ਦੀ ਗੱਦੀ ਹੈ ਜੀ। ਜਿਨ੍ਹਾਂ ਸੂਫੀਵਾਦ ਦਾ ਉਪਦੇਸ਼ ਘਰ ਘਰ ਪਹੁੰਚਾਇਆ ਜੀ। ਕਿਉਂ ਬੜੇ ਉੱਚ ਕੋਟੀ ਦੇ ਸੂਫੀ ਪੰਜਾਬ 'ਚ ਵੀ ਹੋਏ ਆ ਜੀ, ਪੰਜਾਬ ਤੋਂ ਬਾਹਰ ਵੀ ਹੋਏ ਆ, ਜਿਨ੍ਹਾਂ ਨੇ ਇਨਸਾਨੀਅਤ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਜੀ, ਪ੍ਰੇਮ ਭਾਈਚਾਰੇ ਦਾ ਸੰਦੇਸ਼ ਦਿੱਤਾ ਜੀ। ਕਿਉਂ ਸੂਫੀਆਂ ਦਾ ਸਿਲਸਿਲਾ ਹੀ ਜਿਹੜਾ ਉਹ ਪ੍ਰੇਮ ਨਾਲ ਸੰਬੰਧਿਤ ਆ ਜੀ। ਕਿਉਂ ਬਾਬਾ ਨਾਨਕ ਵੀ ਇਹੋ ਲਿਖਦੇ ਆ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਵੀ ਜਿਨ੍ਹਾਂ ਪ੍ਰੇਮ ਕੀਤਾ ਆ ਉਹੋ ਹੀ ਪ੍ਰਭੂ ਨੂੰ ਪਾ ਸਕਦੇ ਆ ਜੀ। ਜਿਨ੍ਹਾਂ ਉਹਦੀ ਬਣਾਈ ਖਲਕਤ ਨਾਲ ਤੇ ਜਿਨ੍ਹਾਂ ਖਾਲਕ ਨਾਲ, ਪ੍ਰਭੂ ਨਾਲ, ਰੱਬ ਨਾਲ ਪ੍ਰੇਮ ਕੀਤਾ ਆ, ਦੱਸਦੇ ਵੀ ਉਹੋ ਹੀ ਉਸ ਮਾਲਕ ਨੂੰ ਜਾਂ ਉਹਦੇ ਦਰਗਾਹ 'ਚ ਢੋਈ ਪਾ ਸਕਦੇ ਆ ਜੀ। ਕਿਉਂ ਯਿਸੂ ਮਸੀਹ ਨੇ ਵੀ ਵੇਖੋ ਵੀ ਇਹੋ ਸੰਦੇਸ਼ ਦਿੱਤਾ ਵੀ ਮੁਹੱਬਤ ਹੀ ਖੁਦਾ ਹੈ, ਖੁਦਾ ਹੀ ਮੁਹੱਬਤ ਹੈ। ਵੀ ਮੁਹੱਬਤ ਦੇ ਵਿੱਚ ਹੀ ਖੁਦਾ ਆ ਜੀ। ਹਾਂਜੀ, ਇਸ ਕਰਕੇ ਅਜਿਹੀ ਪ੍ਰੇਮ ਦੀ ਇੱਕ ਸੱਚ ਦੀ ਤੁਹਾਨੂੰ ਹਕਾਇਤ ਜਾਂ ਇੱਕ ਸਾਖੀ ਸੁਣਾਉਣ ਲੱਗੇ। ਜਿਹੜੇ ਸੂਫੀ ਸੰਤ ਹਜ਼ਰਤ ਬਗਦਾਦ ਵਾਲੇ ਪੀਰ ਹਜ਼ਰਤ ਮੀਰਾਂ ਗੌਸ ਆਜ਼ਮ ਜੀਲਾਨੀ ਦਸਤਗੀਰ ਪੀਰਾਂ ਦੇ ਪੀਰ 11ਵੀਂ ਵਾਲੀ ਸਰਕਾਰ ਦੀ ਜੀਵਨੀ ਉੱਤੇ ਆਧਾਰਿਤ ਹੈ ਜੀ। ਉਹ ਅਸੀਂ ਤੁਹਾਨੂੰ ਹਕਾਇਤ ਸੁਣਾਉਣ ਲੱਗੇ ਹਾਂ ਜੀ। ਦੱਸਦੇ ਵੀ ਹਜ਼ਰਤ ਅਬੂ ਸਲੇ ਜਿਹੜੇ ਮੀਰਾਂ ਗੌਸ ਆਜ਼ਮ ਦੇ ਬਾਪ ਸੀ, ਜਾਂ ਉਹਨਾਂ ਜਿਨ੍ਹਾਂ ਨੂੰ ਅਬੂ ਸਵਾਲੀਆ ਵੀ ਕਿਹਾ ਜਾਂਦਾ, ਇੱਕ ਦਰਿਆ ਦੇ ਇੱਕ ਨਹਿਰ ਦੇ ਕੰਢੇ 'ਤੇ ਬੈਠ ਕੇ ਦੱਸਦੇ ਵੀ ਤਪ ਕਰ ਰਹੇ ਆ ਜੀ, ਇਬਾਦਤ ਕਰ ਰਹੇ ਆ। ਦੱਸਦੇ ਵੀ ਸਰਕਾਰ ਨੇ ਦੱਸਦੇ ਵੀ ਕਈ ਦਿਨ ਕੁਛ ਖਾਧਾ ਪੀਤਾ ਨਹੀਂ ਉਸ ਰੱਬ ਦੀ ਯਾਦ 'ਚ। ਦੱਸਦੇ ਵੀ ਕੁਛ ਸੇਬ ਆ ਜੀ ਉਸ ਨਦੀ 'ਚ ਤੈਰਦਾ ਹੋਇਆ, ਰੁੜਦਾ ਹੋਇਆ ਆਉਂਦਿਆ ਜੀ। ਦੱਸਦੇ ਵੀ ਹਜ਼ਰਤ ਸ਼ੇਖ ਅਬੂ ਸਵਾਲੀਆ ਸੀ ਜਿਹੜੇ, ਉਹਨਾਂ ਦੀ ਨਜ਼ਰ ਉਸ ਸੇਬ 'ਤੇ ਪਈ ਜੀ। ਜਦੋਂ ਸੇਬ 'ਤੇ ਨਜ਼ਰ ਪਈ ਤੇ ਜੀਭ ਦਾ ਰਸ ਸੀ ਜਿਹੜਾ ਉਹ ਜਾਗ ਪਿਆ, ਕਿਉਂਕਿ ਕਿੰਨੇ ਦਿਨਾਂ ਤੋਂ ਕੁਛ ਖਾਧਾ ਨਹੀਂ ਸਰਕਾਰ ਨੇ। ਦੱਸਦੇ ਵੀ ਜਦੋਂ ਜੀਭ ਦਾ ਰਸ ਜਾਗਿਆ ਨਾ, ਭੁੱਖ ਨੇ, ਦੱਸਦੇ ਵੀ ਭੁੱਖ ਨੇ ਸਤਾਇਆ ਜਦੋਂ, ਤੇ ਸਰਕਾਰ ਨੇ ਅਬੂ ਸਵਾਲੀਆ ਨੇ ਦੱਸਦੇ ਵੀ ਉਸ ਨਦੀ 'ਚ ਛਾਲ ਮਾਰੀ ਜੀ, ਦਰਿਆ 'ਚ ਛਾਲ ਮਾਰੀ ਤੇ ਉਸ ਸੇਬ ਨੂੰ ਜਿਹੜਾ ਸੀ ਕੱਢ ਲਿਆ ਜੀ। ਦੱਸਦੇ ਵੀ ਜਦੋਂ ਸੇਬ ਬਾਹਰ ਕੱਢ ਕੇ ਲਿਆਂਦਾ ਤੇ ਉਹਨੂੰ ਖਾਧਾ ਸਰਕਾਰ ਅਬੂ ਸਵਾਲੀਆ ਨੇ, ਦੱਸਦੇ ਵੀ ਜੀਭ ਦੀ ਤ੍ਰਿਸ਼ਨਾ ਜਾਂ ਪੇਟ ਦੀ ਭੁੱਖ ਮਿਟਾਉਣ ਵਾਸਤੇ ਉਹਨਾਂ ਸੇਬ 'ਤੇ ਖਾ ਲਿਆ, ਪਰ ਬਾਅਦ 'ਚ ਉਹਨਾਂ ਨੂੰ ਇਸ ਗੱਲ 'ਤੇ ਪਛਤਾਵਾ ਆਇਆ ਕਿ ਇਸ ਸੇਬ ਦਾ ਕਿਹੜਾ ਮੈਂ ਮੁੱਲ ਦਿੱਤਾ ਸੀ, ਇਹ ਸੇਬ ਜਿਹੜਾ ਮੈਂ ਐਵੇਂ ਖਾ ਲਿਆ। ਕਿਉਂ ਸਰਕਾਰ ਮੁਹੰਮਦ ਮੁਸਤਫਾ ਕਾਲੀ ਕਮਰੇ ਵਾਲੇ
सरकार दा फरमान आ भी हराम दा लुकमा पेट दे विच दसदे भी एक वारी चलिया जावे ते 40 दिन उहदा असर रहिंदा जी। भी 40 दिन जिहड़ी सुरती ओह मालक नाल प्रभु नाल अल्लाह नाल जुड़दी नहीं आ जे हराम दा लुकमा एक भी पेट दे अंदर चलिया जावे। दसदे भी इहो गल सरकार अबू सवालिया ने सोची। दसदे भी उन्हें सोचा भी मैं एवें इहदा मुੱਲ नहीं दिता, सेब का मैं एवें खा लिया, मैनू इहदा मुੱਲ देना चाहिए। देखो किड्डी वड्डी गल आ भी हालांकि चीज़ नदी च रुढ़दी आई आ तो उन्हें कढ़ के खा ली आ। हाँ जी, तो उहदा मुੱਲ देण जाणदे आ। ते सानू कोई चीज़ उदां डिग्गी लभ जे तो वेखो असीं उहनूं लुका लेने छुपा लेने जे कोई वेखदा नहीं आ। पर सानू किसे दा खौफ नहीं, डर नहीं आ भी परमात्मा सत्त तਹਿਵਾਂ च भी सत्त दसदे भी महाराज पड़दे भी ला दे उन्हां च भी वेखण दे आ। असीं चीज़ नूं दब दब छुपा लेने जे सानू वो मिल जे ते। दसदे प्रभु सवालिया नूं कोई उत्थे वेख भी नहीं रहा जी। हाँ जी, पर उन्हां दे दिल दे विच इह सी भी मैनू परमात्मा ते वेखण दिया ना अल्लाह वेखण दिया, मैनू ये चीज़ मैं एवें खा ली आ, इहदा किहड़ा मैं मुੱਲ दिता सी। दसदे भी सोचदे आ भी जिधरों फल आया होऊगा उधर दसदे कोई बाग भी होऊगा जां उधर दसदे भी कोई दुकान भी होऊगी जिधरों सेब रुढ़दा आ। क्यों ना मैं इहदा मुੱਲ देवां जाके, क्यों ये मेरे ते हराम हो गया आ, क्यों इहदी मैं कीमत नहीं दित्ती, मैनू इहदी कीमत देनी चाहिए। दसदे भी हज़रत अबू सल्ले जिन्हां नूं हज़रत अबू सवालिया भी कहिंदे आ, दसदे भी जिधरों सेब रुढ़दा आया ही उधरों तुर पे जी, उधरों चल पे। दसदे भी चलद्यां बाग आया जी एक। दसदे भी उस बाग नूं जदों उन्हां वेख्या अबू सवालिया ने, दसदे भी सोचा भी इस बाग दा ही सेब आ। वो नदी दे कंढे वो बाग सी। दसदे भी सरकार अबू सवालिया दसदे भी उस बाग च चले गया जी। दसदे भी बाग दा जिहड़ा राखा सी उहनूं जाके मिले आ। दसदे भी की कहण लगे भी यार ये बंदे भी तेरे बाग दा सेब जिहड़ा रुढ़दा रुढ़दा नदी च आ गया आ ते मैं नदी दे कंढे तपस्या तप कर रहा हाँ, भगती कर रहा हाँ, अल्लाह पाक दी इबादत कर रहा सा, वो फल मैं कढ़ के ते खा लिया आ। पर मैं उहदा मुੱਲ देना चाहुंदा, क्यों जिहड़ा बिना मुੱਲ तो ही चीज़ खाधी जावे जां जिहदे पैसे ना दिते जाण मैं उहनूं हराम गिणदा। इस करके तूं उहदा मुੱਲ ला। दसदे भी वो बंदा अगों आखन लगा भी मैं तो इस बाग दा राखा आ, मालक कोई होर ही ने। वो आंदे भी वो कौन ने? वो आखन लगे भी वो रोटी खाण लई दसदे भी गए आ। जदों रोटी खा के आउणगे तो उन्हां नूं तूं गल कर लई, उन्हां दे नाल जो कहणगे तूं उदां कर लई। दसदे भी उस बाग दे जिहड़े राखे सी ना उन्हां दा नां हज़रत अबू समई सी। वो भी अल्लाह दे वली सी, वो भी उच्च कोटि दे सूफी संत सी जी। दसदे भी हज़रत अबू सवालिया हज़रत अबू समई जिहड़े बाग दे मालक सी ना उन्हां नूं डीकन लग पे जी।
दसदे भी रोटी खा के हजरत अबू इसमाईल जिहड़े आ ना मुड़ पे आ जी, मुड़ आए आ बाग च। दसदे भी राखा कहन लगा बाग दा, महाराज एक शख्स आया, वो कहन दिया भी मैं तुहाडे बाग दा सेब है जिहड़ा खा लिया ते मैं उहदा मुੱਲ देना चाहुंदा। अबू इसमाईल आखन लगे भी मैनूं मिला। जदों आमो सामने हजरत अबू इसमाईल दा ते हजरत अबू सवालिया दा जदों मेल होया तो पुछन लगे अबू इसमाईल भी हाँ भी रब दे बंदे की गल है। आखन लगे महाराज मैं रब दी इबादत करन दिया हाँ, एक सेब रुड़दा रुड़दा जिहड़ा नदी च आया आ वो तुहाडे बाग दा ही सी ते मैं सेब खा लिया आ। को मैं किन्ना दिनां तो रब दी भगती इबादत च सा, मैं कुछ खाधा नहीं सी, मेरा बहुत मैनूं भुख लगी ही, जीभ दा रस मेरा जाग पिया, मैं खा लिया, पर बाद च मैनूं पछतावा आया, मैनूं इहदा मुੱਲ देना चाहीदा आ, तुसीं इहदा मुੱਲ लाओ। दसदे भी अगे वो भी रब दे वली सी अबू इसमाईल भी। वो आखन लगे भी इन्ने मेरे बाग चो सेब रुड़दे अज तक कोई मुੱਲ नहीं देन आया। ये पहला शख्स आ जिहड़ा मुੱਲ देन आया। क्यों? हीरे की पछाण है ना जिहड़ी वो जौहरी नूं हुंदी है जी, दूसरा बंदा दी पछाण नहीं कर सकता। दसदे भी उन्हें पछाण लिया भी भी कोई रब दा कोई अल्लाह दा वली आ जिहड़ा मुੱਲ देन आया। वो हीरे दे पारखू सी। उन्हें कहा कि अबू सवालिया तू सेब दा मुੱਲ देन आया आ, सेब दा मुੱਲ जे देन आया तो फिर मुकरी ना गल तो, जिहड़ा ही मुੱਲ लाइए तेनों देना पैना ही। वो आखन लगे महाराज मैं मुੱਲ देन ही आया, देन आ ही गया आ, तो मैं मुकरना कल ही, तुसीं मुੱਲ लाओ। वो आखन लगे अबू सवालिया तेन 12 साल मेरे बाग की राखी करनी पैनी आ। वो आखन लगे महाराज मैनूं मंजूर है जी। महाराज दसदे भी 1 साल 2 साल 3 साल 4 साल 5 साल 6 साल लंघ गए जी राखी करदे करदे। दसदे प्रभु सल्ले आखन लगे इस बंदे नूं हुण परखना चाहिदा, इहदी परख करिए भी ये पक्का आ कि जां कच्चा आ। वो आखन लगे अबू सवालिया अज सानू भुख लगी, दिल करन दिया कोई मिठा जिहड़ा ना सेब वो खाइए, जा के मिठा सेब तोड़ के लिया बाग चों। दसदे भी अबू सवालिया सेब लैन गया तो सेब तोड़ के तो ले आए आ जी। जदों उन्हें खाधा आ अबू इसमाईल ने दसदे भी खट्टा। वो आखन लगे अबू सवालिया तेन किन्ना चिर हो गया इस बाग की राखी करदे नूं? आखन लगे महाराज 6 साल। वो आखन लगे भी तेनों अजे पता ही नहीं लगा कि किस पासे किस बूटे नूं जां किस पासे फल आ जिहड़े सेब आ मिठे लगदे आ, जिस किस पासे खट्टे लगदे आ, किस बूटे का फल मिठा किस बूटे का खट्टा, तेनों अज तक पता ही नहीं लगा। वो आखन लगे महाराज तुसीं मेरे मालक जे, तुसीं मैनूं राखी करन ते हुक्म लाया आ, तुसीं मैनूं सेब खाण वास्ते हुक्म नहीं खाया। मैं तो 6 साल हो गए सेब किसी बूटे का खाधा ही नहीं अज तक। अगे मैं सेब खा के तुहाडे बाग दा ते गुस्ताखी गलती कीती आ। मैं तुहाडे बाग दा राखा आ, मैं तुहाडे बाग दा अज तक सेब टेस्ट करके चैक करके वेख्या ही नहीं। मैनूं की पता किहड़े फल किहड़े दरख्त का फल जां किहड़े बूटे का फल मिठा ते किहड़ा खट्टा। उन्हें अंदरों सोचा अबू इसमाईल ने कि ये पास आ, इमानत च खयानत नहीं करने वाला बंदा है। वो आखन लगे भी अबू सल्या अबू सले तेरी मैं 6 साल की जड़ी राखी माफ़ कर देना, पर तेनों मेरी एक शर्त मननी पैनी आ। वो आखन लगे महाराज दसो केड़ी? वो आखन लगे भी मेरी लड़की आ
ਉਹਦੇ ਨਾਲ ਤੈਨੂੰ ਸ਼ਾਦੀ ਕਰਾਉਣੀ ਪੈਣੀ ਆ। ਉਹ ਆਖਣ ਲੱਗੇ ਮਹਾਰਾਜ ਤੁਸੀਂ ਮਾਲਕ ਜੀ, ਮੈਂ ਤਾਂ ਤੁਹਾਡਾ ਰਾਖਾ ਆ। ਉਹ ਆਖਣ ਲੱਗੇ ਵੀ ਮੇਰੀ ਲੜਕੀ ਨਾਲ ਜੇ ਸ਼ਾਦੀ ਕਰਾਉਣੀ ਆ ਪਰ ਉਹਦੇ 'ਚ ਔਗਣ ਬੜੇ ਆ। ਉਹ ਆਖਣ ਲੱਗੇ ਵੀ ਕੀ ਔਗਣ ਆ ਮਹਾਰਾਜ ਮੈਨੂੰ ਦੱਸੋ। ਉਹ ਆਖਣ ਲੱਗੇ ਵੀ ਅੱਖਾਂ ਤੋਂ ਅੰਨੀ ਆ, ਉਹ ਕੰਨਾਂ ਤੋਂ ਬੋਲੀ ਆ, ਜੀਭ ਤੋਂ ਗੁੰਗੀ ਆ, ਹੱਥਾਂ ਪੈਰਾਂ ਤੋਂ ਅਪਾਹਜ ਆ, ਉਹ ਤੁਰ ਫਿਰ ਨਹੀਂ ਸਕਦੀ। ਤੂੰ ਇਸ ਹਾਲਤ 'ਚ ਵੀ ਮੇਰੀ ਲੜਕੀ ਨਾਲ ਸ਼ਾਦੀ ਕਰਾਏਂਗਾ। ਉਹ ਆਖਣ ਲੱਗੇ ਮਹਾਰਾਜ ਜਦੋਂ ਮੈਂ ਤੁਹਾਡੀ ਨੌਕਰੀ ਕਰ ਲਈ ਆ, ਜੋ ਤੁਸੀਂ ਕਹੋਗੇ ਮੈਂ ਕਰੂੰਗਾ, ਮੈਨੂੰ ਮਨਜ਼ੂਰ ਆ। ਦੱਸਦੇ ਵੀ ਵਿਆਹ ਦਾ ਦਿਨ ਜਿਹੜਾ ਮੁਕਰਰ ਹੋ ਗਿਆ। ਹਾਂਜੀ, ਦੱਸਦੇ ਵੀ ਨਿਕਾਹ ਪੜ੍ਹਿਆ ਗਿਆ ਜੀ, ਨਿਕਾਹ ਪੜ੍ਹਾਇਆ ਗਿਆ ਜੀ। ਹਾਂਜੀ, ਦੱਸਦੇ ਵੀ ਫਾਤਮਾ ਸੀ ਜਿਹੜੀ, ਉਸ ਲੜਕੀ ਦਾ ਨਾਂ ਸੀ ਜੀ। ਅਬੂ ਸਮਈ ਦੀ ਲੜਕੀ ਸੀ ਜਿਹੜੀ, ਉਮੇ ਫਾਤਮਾ ਦਾ ਨਾਂ ਸੀ ਜੀ। ਦੱਸਦੇ ਵੀ ਨਿਕਾਹ ਪੜ੍ਹਾ ਕੇ ਦੱਸਦੇ ਵੀ ਬੀਬੀ ਨੂੰ ਦੱਸਦੇ ਵੀ ਜਿਹੜਾ ਦੁਲਹਨ ਵਾਲਾ ਕਮਰਾ ਸੀ ਉਹ 'ਚ ਬਿਠਾਤਾ। ਦੱਸਦੇ ਵੀ ਅਬੂ ਸਵਾਲੀਆ ਗਏ ਆ ਜੀ ਉਸ ਦੁਲਹਨ ਦੇ ਕਮਰੇ 'ਚ। ਦੱਸਦੇ ਆ ਵੀ ਜਦੋਂ ਗਏ ਆ ਜਾ ਕੇ ਖਲੋਤੇ ਆ ਤੇ ਅੱਗੋਂ ਉਮੇ ਬੀਬੀ ਫਾਤਮਾ ਨੇ ਪੁੱਛਿਆ ਵੀ ਮਹਾਰਾਜ ਇਹ ਪਤੀ ਜੀ ਪਾਣੀ ਪੀਓਗੇ? ਤੇ ਉੱਠ ਕੇ ਖਲੋ ਗਈ ਆ ਜੀ। ਦੱਸਦੇ ਵੀ ਹਜ਼ਰਤ ਅਬੂ ਸਵਾਲੀਆ ਬੜੇ ਹੈਰਾਨ ਹੋਏ ਵੀ ਅਬੂ ਸਮਈ ਤੇ ਕਹਿੰਦੇ ਸੀ ਵੀ ਉਹ ਬੋਲਦੀ ਨਹੀਂ, ਅਪਾਹਜ ਆ, ਲੱਤਾਂ ਤੋਂ ਤੁਰ ਨਹੀਂ ਸਕਦੀ, ਵੀ ਉੱਠ ਕੇ ਇਹ ਤੇ ਉੱਠ ਕੇ ਖੜੀ ਹੋ ਗਈ ਆ, ਮੈਨੂੰ ਪੀਣ ਲਈ ਪਾਣੀ ਦਾ ਵੀ ਕਹਿਣ ਦਈ ਆ। ਜਦੋਂ ਮਹਾਰਾਜ ਚਿਹਰੇ ਤੋਂ ਦੱਸਦੇ ਵੀ ਪਰਦਾ ਚੁੱਕਿਆ ਨਾ, ਹਜ਼ਰਤ ਅਬੂ ਸਮਈ ਨੇ ਕਿਹਾ ਵੀ ਇਹ ਸੋਹਣੀ ਵੀ ਨਹੀਂ ਆ। ਜਦੋਂ ਮੂੰਹ ਤੋਂ ਪਰਦਾ ਚੁੱਕਿਆ ਦੱਸਦੇ ਵੀ ਚਿਹਰਾ ਬੜਾ ਖੂਬਸੂਰਤ ਸੀ ਬੀਬੀ ਦਾ। ਦੱਸਦੇ ਵੀ ਉਸੇ ਪੈਰੀ ਮੁੜ ਗਿਆ ਜੀ ਅਬੂ ਸਵਾਲੀਆ। ਦੱਸਦੇ ਵੀ ਅਬੂ ਸਮਈ ਨੂੰ ਆਖਣ ਲੱਗੇ ਮਹਾਰਾਜ ਤੁਸੀਂ ਮੇਰੇ ਨਾਲ ਝੂਠ ਬੋਲਿਆ। ਆਖਣ ਲੱਗੇ ਕੀ? ਉਹ ਆਖਣ ਲੱਗੇ ਵੀ ਤੁਹਾਡੀ ਬੇਟੀ ਜਿਹੜੀ ਅੱਖਾਂ ਤੋਂ ਅੰਨੀ ਆ, ਸੁਣਦੀ ਵੀ ਨਹੀਂ ਆ, ਬੋਲੀ ਆ, ਗੂੰਗੀ ਆ, ਅਪਾਹਜ ਆ, ਕਰੂਪ ਆ, ਸੋਹਣੀ ਨਹੀਂ ਆ, ਪਰ ਉਹਦੇ 'ਚ ਤੇ ਇਹ ਜਿਹੀ ਕੋਈ ਗੱਲ ਵੀ ਨਹੀਂ, ਉਹ 'ਚ ਤੇ ਸਾਰੀਆਂ ਸਿਫਤਾਂ ਹੈਗੀਆਂ। ਮਹਾਰਾਜ ਤੁਸੀਂ ਮੇਰੇ ਨਾਲ ਝੂਠ ਕੋ ਬੋਲਿਆ? ਉਹ ਆਖਣ ਲੱਗੇ ਮੈਂ ਝੂਠ ਨਹੀਂ ਬੋਲਿਆ, ਮੈਂ ਸੱਚ ਬੋਲਿਆ। ਉਹ ਆਖਣ ਲੱਗੇ ਮਹਾਰਾਜ ਕਿਸ ਤਰ੍ਹਾਂ? ਉਹ ਆਖਣ ਲੱਗੇ ਵੀ ਸੁਣ। ਆਂਦੇ ਵੀ ਰੱਬ ਦੀ ਭਗਤੀ ਤੋਂ ਇਲਾਵਾ ਜਾਂ ਰੱਬ ਦੀ ਸਤਸੰਗ ਤੋਂ ਇਲਾਵਾ ਉਹਦੇ ਕੰਨਾਂ 'ਚ ਅੱਜ ਤੱਕ ਕੋਈ ਗੈਰ ਗੱਲ ਗਈ ਨਹੀਂ, ਉਹਦੇ ਕੰਨਾਂ 'ਚ ਅੱਜ ਤੱਕ ਕੋਈ ਚੁਗਲੀ ਨਿੰਦਿਆ ਗਈ ਨਹੀਂ। ਇਸ ਕਰਕੇ ਉਹਦੇ ਕੰਨਾਂ 'ਚ ਅੱਜ ਤੱਕ ਰੱਬ ਦੀ ਆਵਾਜ਼ ਹੀ ਪਈ ਹੈ, ਇਸ ਕਰਕੇ ਉਹ ਬੋਲੀ ਆ। ਇਹ ਮਹਾਰਾਜ ਗੂੰਗੀ ਕਿਸ ਤਰ੍ਹਾਂ? ਆਂਦੇ ਵੀ ਰੱਬ ਦੀ ਭਗਤੀ ਤੋਂ ਇਲਾਵਾ ਅੱਜ ਤੱਕ ਉਹਨੇ ਕੋਈ ਜ਼ਬਾਨ 'ਚ ਮਾੜੇ ਸ਼ਬਦ ਨਹੀਂ ਬੋਲੇ, ਗਾਲੀ ਗਲੋਚ ਨਹੀਂ ਕੀਤੀ, ਕੋਈ ਚੁਗਲੀ ਨਿੰਦਿਆ ਨਹੀਂ ਕੀਤੀ। ਹਾਂਜੀ, ਉਹ ਆਖਣ ਲੱਗੇ ਵੀ ਅੰਨੀ ਕਿਸ ਤਰ੍ਹਾਂ? ਆਂਦੇ ਵੀ ਅੱਜ ਤੱਕ ਉਹਨੇ ਦੱਸਦੇ ਵੀ ਗੈਰ ਮਰਦ ਨੂੰ ਇਹਨਾਂ ਅੱਖਾਂ ਨਾਲ ਵੇਖਿਆ ਹੀ ਨਹੀਂ। ਉਹਨੇ ਜਿਹਨੂੰ ਵੀ ਵੇਖਿਆ ਨਾ, ਦੱਸਦੇ ਵੀ ਸੰਤਾਂ ਮਹਾਂਪੁਰਸ਼ਾਂ ਨੂੰ ਇਹਨਾਂ ਅੱਖਾਂ ਨਾਲ ਵੇਖਿਆ ਉਹਨੇ।
कोई इहो ਜਿਹੇ माड़े बंदे नूं, कोई गैर मर्द नूं ਉਹਨੇ ਅੱਖਾਂ ਨਾਲ ਵੇਖਿਆ ही नहीं। इस करके अन्नी आ, ਉਹਦੀ ਅੱਖਾਂ 'ਚ बड़ी शर्म आया। वो आखन लगे महाराज अपाज किस तरह आया। वो आखन लगे भी सुन। वो आखन लगे अज तक ਉਹਦੇ कदम है ਜਿਹੜੇ माड़े काम वाल चल के नहीं गए, ਜਦੋਂ भी गए आ रब के घर वाल ही गए। इस करके अपाज आ लत्तां तो, मैं क्या चल फिर नहीं सकती। महाराज गुंगी किस तरह। वो आखन लगे भी रब की भगती तो इलावा, रब की उस्तत तो इलावा ਉਹਦੀ जीभ तो अज तक कोई गल ही नहीं निकली, किसी नूं गाली गलोच माड़े अल्फाज ही नहीं अज तक उन्हें बोले। इस करके वो गुंगी आ। आखन लगे महाराज तुसीं क्या करूप आ। आखन लगे कि करूप मैं इस करके क्या आ भी ਉਹਦੇ ਉਹ सदा हर वेले पड़दे च रही आ। हर वेले पड़दे च रही आ। अपना चेहरा उन्हें अज तक किसी नूं गैर मर्द के अगे उन्हें यार ही नहीं किया। इस करके मैं करूप के आया। पर इन्नी गल वह सुन के ना हज़रत अबू सवालिया है जड़े, हज़रत अबू सले के कदमां ते डिग पैंदे भी महाराज तुसीं तो कोई रब दे वली जी। आखन लगे भी मैं अपने धी नूं, अपनी पुत्री नूं संस्कार भी इहो ਜਿਹੇ दिते ने। दसदे भी प्यो भी वली आ, मां भी वली आ, ते दसदे भी नाना भी वली। अबू सले दसदे अबू सवालिया प्यो, अबू सले नाना, हज़रत दसदे भी उम्मे बीबी फातिमा सी जिहड़ी, हज़रत मीरा गौस पाक दी मां सी। क्यों जिथे सोना घड़िए सोना ही डिगना। दसदे भी जिथे रब की भगती आवे फिर भगत ही पैदा होंदे आ। दसदे मां भी वली आ, प्यो भी वली आ, ते नाना भी वली आ, ते फिर पैदा कौन होए। हज़रत अबू सवालिया के घर मीरा गौसले आजम का जन्म होया। क्यों वलियां दे घर वली पैदा होंदे आ, संतां दे घर संत ही पैदा होंदे आ। पर जे होवे कोई वली, इहो जिहा वली होवे। हाँ जी, क्यों सच बोलिया उन्हें, सच का साथ दिता। महाराज भी मैं तुहाडे सेब का मुल देन आया। तो अजकल इहो जिहा कोई इंसान मुश्किल नाल मिलता जी। फिर वेखो सच बोलन का फल की मिलिया। हाँ जी, एक तो मीरा गौसले आजम के बाप होए आ जी, एक महाराज वली सी जिहड़े वो सोहरा मिले आ जी महाराज। फिर कली कली लड़की सी हज़रत अबू समई दी, फिर बाग दे मालक भी बन गया जी महाराज। फिर उन्हां दी लड़की नाल भी वेखो शादी हुई। हाँ जी, वलिया सी जिहड़ी रब दी वली सी बीबी फातिमा, उन्हां दे नाल उन्हां दा निकाह होया जी महाराज। फिर मीरा गौसले आजम तो दसदे भी हज़ारां ही वली पैदा होए आ। वलियां दे कुल औलियों के कांधे कदम तेरा मरतबा बुलंद, सारे औलियां दे वलियां दे मोढियां ते उन्हां दे पैर होए आ। पर जड़ मजबूत सी, तो फिर फल फुल भी वेखो भी वधिया लगदे उन्होंने। क्यों जड़ कौन सन सरकार दी, मीरा गौसले आजम दी अबू सवालिया, बीबी फातिमा ते नाना अबू समई। क्यों सच की यह ताकत आ जी। हाँ जी, भगत कबीर इसे श्लोक बारे लिखते, सच बराबर तप नहीं, झूठ बराबर नहीं पाप, जागे हिरदे सच है ताके हिरदे आप। सच की शक्ति है जी, सच की पावर आ। चलो इत्थे भावें मुल ना मिले, कोई मालक घर ते मुल मिलता ना। क्यों बाबा फरीद अपने श्लोक च सूफी संत बाबा फरीद ताइयों तो लिखन दे
हाँ जी। ਫਰੀਦਾ ਤਿੰਨਾਂ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਆ ਨਾਮ, ਇੱਥੇ ਦੇਖੋ ਘਨੋਰੇ ਅੱਗੇ ਠੌਰ ਨਾ ਥਾਂ। ਅੱਗੇ ਕੋ ਜਗ੍ਹਾ ਹੈਗੀ ਆ, ਅੱਗੇ ਕੋ ਥਾਂ ਹੈਗੀ ਆ, ਤੇ ਮਹਾਰਾਜ ਬਾਬਾ ਫਰੀਦ ਕਹਿੰਦੇ ਆ ਵੀ ਜਿਨ੍ਹਾਂ ਸੱਚ ਦੀ ਕਮਾਈ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਉਹਨਾਂ ਦੇ ਇੱਥੇ ਮੂੰਹ ਵੀ ਕਾਲੇ ਸ਼ਾਹ ਹੋਣਗੇ, ਰੱਬ ਘਰ ਵੀ ਡਰਾਉਣੇ ਹੋਣਗੇ ਜੀ। ਕਿਉਂ? ਇੱਥੇ ਚਲੋ ਜੇ ਮੁੱਲ ਨਹੀਂ ਸੱਚ ਦਾ ਪੈਂਦਾ ਤੇ ਰੱਬ ਘਰ ਤੇ ਪੈਂਦਾ ਹੈ। ਜੇ ਰੱਬ ਘਰ ਨਹੀਂ ਹੈਗਾ ਤੇ ਬਾਬਾ ਸ਼੍ਰੀ ਚੰਦ ਡਾਰੀ ਮਾਰ ਗਏ, ਸੱਚਖੰਡ 'ਚ ਸਿੱਧੇ ਗਏ ਸਰੀਰ ਸਮੇਤ। ਕਿੱਥੇ ਗਏ? ਬਾਬਾ ਲਖਮੀ ਚੰਦ ਵੇਖੋ ਵੀ ਆਪਣੇ ਘੋੜੇ ਵੀ ਲੈ ਗਏ ਜਦੋਂ ਲੇਖਾ ਦੇਣ ਗਏ, ਘਰ ਵਾਲੀ ਵੀ ਲੈ ਗਏ ਆ, ਵੇਖੋ ਮਹਾਰਾਜ ਆਪਣੇ ਬਾਜ ਵੀ ਲੈ ਗਏ, ਕੁੱਤੇ ਵੀ ਲੈ ਗਏ, ਫਿਰ ਕਿੱਥੇ ਗਏ ਆ ਲੇਖਾ ਦੇਣ? ਅੱਜ ਤੱਕ ਮੁੜੇ ਹੀ ਨਹੀਂ। ਹਾਂਜੀ। ਕੋਈ ਰੱਬ ਦਾ ਘਰ ਹੈਗਾ ਆ ਜਿੱਥੇ ਲੇਖਾ ਦੇਣਾ ਪੈਂਦਾ, ਜਿਸ ਕਰਕੇ ਲੇਖੇ ਤੋਂ ਡਰਨਾ ਚਾਹੀਦਾ, ਸੱਚ ਬੋਲਣਾ ਚਾਹੀਦਾ, ਹਮੇਸ਼ਾ ਸੱਚ ਦੇ ਮਾਰਗ 'ਤੇ ਚੱਲਣਾ ਚਾਹੀਦਾ। ਸੂਫੀਆਂ ਦਾ ਇਹੋ ਸੰਦੇਸ਼ ਆ ਜੀ। ਸੂਫੀ ਸੰਤ ਜਿਹੜੇ ਆ ਉਹ ਪ੍ਰੇਮ ਦੀ ਭਾਵਨਾ, ਪਿਆਰ ਦੀ ਭਾਵਨਾ ਸਦਾ ਹੀ ਵਧਾਉਂਦੇ ਆ ਅਤੇ ਵਧਾਉਂਦੇ ਰਹੇ ਆ ਜੀ ਮਹਾਰਾਜ। ਕਿਉਂ? ਇਹ ਚਿਸ਼ਤੀ ਸਾਬਰੀ ਫਰੀਦੀ ਸਿਲਸਿਲਾ ਜੀ। ਹੱਕ ਫਰੀਦ या फरीद, हक फरीद या फरीद, मौला करीम साबर, दाता करीम साबर, दाता करीम साबर। इसे गल ते ही मैं हुण जिहड़ा सत्संग सी उहनूं विराम देना जी। हक फरीद या फरीद।